तू अथाह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰੂਦੇਵ ਜੀ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ ਸੋ ਹੀ ਮਹੱਲਾ ਚੌਥਾ। ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਵਾਹਿਗੁਰੂ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦੁਆਰਾ ਮਿਲਦਾ ਹੈ। ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਨੂੰ ਜੋ ਅੱਜ ਅਗੰਮੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਵਾਲੇ ਹੀ ਬਾਦਸ਼ਾਹ ਹੁੰਦੇ ਹਨ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹ ਹੀ ਪਾਤਸ਼ਾਹ ਹੁੰਦੇ ਹਨ। ਉੱਤਮ ਪਦਵੀ ਤੱਕ ਲੈ ਜਾਂਦਾ ਹੈ ਪਰਮਾਤਮਾ ਦਾ ਨਾਮ। ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਜਿਹੜੇ ਨੀਚ ਲੋਕ ਨੇ ਮਹਾਰਾਜ ਕਹਿੰਦੇ ਉਹ ਚੌਂ ਕੁੰਟਾਂ ਵਿੱਚ ਜਾਣੇ ਜਾਂਦੇ ਨੇ। ਇਸ ਦਾ ਦੂਸਰਾ ਭਾਵ ਹੋ ਗਿਆ ਕਿ ਜਿਹੜੇ ਨੀਚ ਮੱਤ ਦੇ ਲੋਕ ਨੇ ਜੇਕਰ ਉਹ ਨਾਮ ਜਪਣ ਲੱਗ ਜਾਣ ਤਾਂ ਜਿਹੜੀ ਉਹਨਾਂ ਦੀ ਬੁੱਧੀ ਆ, ਤਾਂ ਜਿਹੜੀ ਉਹਨਾਂ ਦੀ ਪਕੜ ਆ ਨਾਮ ਦੇ ਨਾਲ, ਜਿਹੜੀ ਸਮਝ ਆ ਉਹ ਚੌਂ ਕੁੰਟਾਂ ਵਿੱਚ ਜਾਣੀ ਜਾਊਗੀ। ਭਾਵ ਕਿ ਉਹ ਚੌਂ ਕੁੰਟਾਂ ਦਾ ਗਿਆਨ ਜਾਣ ਲੂਗੀ। ਮਤਲਬ ਗੁਰੂਦੇਵ ਜੀ ਨੇ ਸਾਨੂੰ ਬਹੁਤ ਬਖਸ਼ਿਸ਼ ਕਰਕੇ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਬੜਾ ਪਿਆਰਾ ਸਮਝਾਇਆ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਜਦੋਂ ਨਾਮਦੇਵ ਜੀ ਨੇ ਆਪਣਾ ਮਨ ਲੀਨ ਕੀਤਾ, ਕੀ ਕਰਕੇ ਜੀ? ਗੋਬਿੰਦ 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 ਜਪ ਕੇ, ਵਾਹਿਗੁਰੂ 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 ਜਪ ਕੇ, ਗੋਬਿੰਦ 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 ਜਪ ਕੇ ਆਪਣਾ ਮਨ ਕੀ ਕਰ ਲਿਆ ਜੀ? ਲੀਨ ਕਰ ਲਿਆ। ਭਾਵ ਉਹ ਹਿਰਦਾ ਜਿਹੜਾ ਉਸ ਨਾਮ ਦੇ ਵਿੱਚ ਲੀਨ ਕਰ ਲਿਆ। ਆੜ ਦਾਮ ਕੋ ਛੀਪਰੋ, ਅੱਧੇ ਦਾਮ ਦਾ ਸ਼ੀਪਾ ਦੀ ਜਿਹੜਾ ਸ਼ੀਂਬਾ ਸੀਗਾ, ਹੋਇਓ ਲਾਖੀਣਾ, ਨਾਮ ਜਪਣ ਕਰਕੇ ਲੱਖਾਂ ਦਾ ਹੋ ਗਿਆ। ਭਾਵ ਉਹਦੀ ਬਹੁਤ ਜ਼ਿਆਦਾ ਮਹਾਰਾਜ ਦੀ ਕਿਰਪਾ ਦੇ ਨਾਲ ਸੁਰਤ ਦੀ ਉਚਾਈ ਹੋ ਗਈ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਸ਼ਬਦ ਦੇਖੀ ਆਪਾਂ, ਮਨ ਲੀਨ ਕਰਿਆ ਉਹਨੇ, ਹੈ ਨਾ, ਤੇ ਇੱਧਰ ਚਰਨ ਦੇ ਵਿੱਚ ਗੁਰੂ ਦੇ ਉਪਦੇਸ਼ ਦੇ ਵਿੱਚ ਪ੍ਰੀਤ ਰੱਖੀ ਕਬੀਰ ਜੀ ਨੇ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਸੋ ਸਾਨੂੰ ਮਹਾਰਾਜ ਕੀ ਸਮਝਾ ਰਹੇ ਨੇ ਕਿ ਸਾਡੇ ਹਿਰਦੇ ਵਿੱਚ ਵੀ ਗੁਰੂ ਦੇ ਪ੍ਰਤੀ ਪ੍ਰੀਤ ਹੋਣੀ ਚਾਹੀਦੀ ਆ। ਨੀਚ ਕੁਲਾਜੋ ਲਾਹਰਾ ਭਇਓ ਗੁਣੀ ਗਹੀਰਾ। ਗੁਣਾ ਦਾ ਗਹੀਰਾ ਬਣ ਗਿਆ। ਭਾਵ ਗੁਣਾ ਦਾ ਗਹੀਰ ਦਾ ਮਤਲਬ ਖਜ਼ਾਨਾ। ਵੱਡੇ ਮੇਰੇ ਸਾਹਿਬਾ ਗੁਣੀ ਗਹੀਰਾ ਗਹਿਰ ਗੰਭੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ। ਜਿਹੜੇ ਮੇਰੇ ਵੱਡੇ ਸਾਹਿਬ ਨਾਲ ਜੁੜਦੇ ਨੇ, ਸਾਚੇ ਸਾਹਿਬ ਦੇ ਨਾਲ ਜੁੜਦੇ ਨੇ, ਉਹ ਵੀ ਗੁਣਾਂ ਦੇ ਗਹੀਰ ਬਣ ਜਾਂਦੇ ਨੇ, ਉਹ ਵੀ ਖਜ਼ਾਨਾ ਬਣ ਕੇ ਰਹਿ ਜਾਂਦੇ ਨੇ। ਮਹਾਰਾਜ ਨੇ ਬੜਾ ਪਿਆਰਾ ਸਮਝਾਇਆ ਕਿ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਤੋ ਕਬੀਰ ਜੀ ਨੇ ਕੀ ਰੱਖੀ? ਕਬੀਰ ਜੀ ਦੀ ਕੀ ਜੁਗਤ ਸੀ? ਉਹਨਾਂ ਨੇ ਪ੍ਰੀਤ ਰੱਖੀ। ਤੇ ਨਾਮਦੇਵ ਜੀ ਨੇ ਕੀ ਰੱਖੀ? ਜਪ ਦੇ ਨਾਲ ਮਨ ਨੂੰ ਲੀਨ ਕਰ ਲਿਆ। ਰਵਿਦਾਸ ਟਵੰਤਾ ਢੋਰ ਹੁੰਦੇ ਨੇ ਮਰੇ ਹੋਏ ਪਸ਼ੂ ਨੂੰ ਢੋਂਦਾ ਸੀ ਜਿਹੜਾ। ਤਿੰਨ ਤਿਆਗੀ ਮਾਇਆ, ਉਹਨੇ ਮਾਇਆ ਤਿਆਗਤੀ, ਰਾਗ ਤੇ ਦਵੈਸ਼ ਤਿਆਗਤਾ, ਤੇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਤੇ ਉਹ ਪ੍ਰਗਟ ਹੋ ਗਿਆ। ਰਵਿਦਾਸ ਚਮਾਰ ਉਸਤਤ ਕਰੇ। ਚਮਾਰ ਕੀ ਹੁੰਦਾ? ਚਮਾਰ ਹੁੰਦਾ ਦੁਨੀਆ ਦੇ ਵਿੱਚ ਜਿਹੜੇ ਸਾਡਾ ਸੰਸਾਰ ਅੱਜ ਦਾ ਸਿਸਟਮ ਆ, ਮਹਾਰਾਜ ਕਹਿੰਦੇ ਵੀ ਚਮਾਰ ਉਹ ਹੁੰਦਾ ਜਿਹੜਾ ਕਿਸੇ ਦੇ ਚੰਮ ਤੱਕ ਦੇਖੇ। ਤੇ ਮਹਾਰਾਜ ਮਨੁੱਖ ਕੌਣ ਹੁੰਦਾ ਜੀ? ਮਨੁੱਖ ਉਹ ਹੁੰਦਾ ਜਿਹੜਾ ਕਿਸੇ ਦੇ ਮਨ ਨੂੰ ਦੇਖੇ। ਕਿਉਂਕਿ ਪ੍ਰੋਪਰ ਸਟੱਡੀ ਆਫ ਦਾ ਮੈਨ ਕਾਈਂਡ ਇਜ਼ ਮੈਨ। ਮਨ ਕੀ ਆ? ਮਨੁੱਖ ਦੇ ਮਨ ਨੂੰ ਪੜ੍ਹਨਾ, ਮਨ ਨੂੰ ਜਾਣਨਾ ਤੇ ਕਿਸੇ ਦੇ ਮਨ ਕਰਕੇ ਜੁੜਨਾ ਕਿਸੇ ਨਾਲ, ਉਸ ਨੂੰ ਮਨੁੱਖ ਕਿਹਾ ਜਾਂਦਾ। ਵੈਸੇ ਦੁਨੀਆ ਸਾਡੀ ਆ ਜਿਹੜੀ, ਇਹ ਸੰਸਾਰ ਆ, ਇਹ ਚਮਾਰ ਦੀ ਨਿਆਈਆਂ, ਕਿਉਂਕਿ ਅਸੀਂ ਉੱਪਰੋਂ ਅਗਲੇ ਨੂੰ ਦੇਖ ਕੇ, ਕਿਸੇ ਦਾ ਰੰਗ ਦੇਖ ਕੇ, ਕਿਸੇ ਦੀ ਨਸਲ ਦੇਖ ਕੇ, ਕਿਸੇ ਦਾ
ਕਿਸੇ ਦੇ ਮੂੰਹ ਮਹਾਂਦਰਾ ਦੇਖ ਕੇ ਅਸੀਂ ਉਹਨੂੰ ਜੱਜਮੈਂਟ ਕਰ ਲੈਂਦੇ ਹਾਂ। ਜਦੋਂ ਹੀ ਅਸੀਂ ਕਿਸੇ ਦੇ ਸਰੀਰ ਨੂੰ ਦੇਖ ਕੇ, ਚਮੜੇ ਨੂੰ ਦੇਖ ਕੇ ਜੱਜਮੈਂਟ ਕਰ ਲੈਂਦੇ ਹਾਂ ਤੇ ਉਹ ਚਮਾਰ ਬਿਰਤੀ ਸਾਡੇ ਵਿੱਚ ਹੁੰਦੀ ਆ। ਤੇ ਮਹਾਰਾਜ ਕਹਿੰਦੇ ਨੇ ਕਿ ਰਵਿਦਾਸ ਚਮਾਰ ਉਸਤਤ ਕਰੇ। ਹੁਣ ਇੱਥੇ ਰਵਿਦਾਸ ਕਿਹੜੇ ਚਮਾਰ ਨੇ? ਜਿਹੜੇ ਚਮ ਜਮਾ ਆਰ, ਜਿਹੜੇ ਚਮੜੇ ਦਾ ਕੰਮ ਕਰਦੇ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਚਮ ਦਾ ਕੰਮ ਹੁੰਦਾ, ਜਿਹੜਾ ਕਿੱਤਾਕਾਰ ਚਮਾਰ। ਪਰ ਉਹ ਚਮਾਰ ਘੱਟ ਹੋਣਗੇ, ਪਰ ਜ਼ਿਆਦਾ ਚਮਾਰ ਕੌਣ ਨੇ? ਜਿਹੜੇ ਅਸੀਂ ਲੋਕ ਸਾਰਾ ਦਿਨ ਲੋਕਾਂ ਦੇ ਨਸਲ ਦੇਖ ਕੇ ਕਿਸੇ ਨੂੰ ਨਫ਼ਰਤ ਕਰਦੇ ਹਾਂ, ਕਿਸੇ ਦੀ ਸ਼ਕਲ ਦੇਖ ਕੇ ਚਮੜਾ ਹੀ ਪਰਖਦੇ ਰਹਿੰਦੇ ਹਾਂ, ਉੱਪਰੋਂ ਦੁਨੀਆ ਨੂੰ ਦੇਖਦੇ ਰਹਿੰਦੇ ਹਾਂ, ਕਿਸੇ ਦੇ ਮਨ ਨੂੰ ਸਟੱਡੀ ਨਹੀਂ ਕਰਦੇ। ਕਿਉਂਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਜੇ ਮਾਨਸ ਦੀ ਜਾਤ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛਣੀ ਆ, ਕਹਿੰਦੇ ਉਹਦੇ ਮਨ ਨੂੰ ਸਟੱਡੀ ਕਰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਜੇ ਕੋਈ ਸਟੱਡੀ ਕਰਨੀ ਆ, ਜੇ ਕੋਈ ਪੜ੍ਹਾਈ ਪੜ੍ਹਨੀ ਆ, ਤਾਂ ਤੂੰ ਆਪਦੇ ਮਨ ਨੂੰ ਪੜ੍ਹ। ਕਿਉਂਕਿ ਜਿਵੇਂ ਹੀ ਤੂੰ ਆਪਦੇ ਮਨ ਨੂੰ ਪੜ੍ਹਨਾ ਸ਼ੁਰੂ ਕਰੇਗਾ, ਤੂੰ ਦੂਸਰਿਆਂ ਦੇ ਮਨ ਨੂੰ ਵੀ ਪੜ੍ਹ ਲਿਆ ਕਰੇਗਾ। ਕਿਉਂਕਿ ਜਿਉ ਮਨ ਆਪਣਾ ਪਰ ਮਨ ਤੈਸਾ। ਸੈਨ ਨਾਈ ਬੁੱਤਕਾਰੀਆ। ਬੁੱਤਕਾਰੀਆ ਹੁੰਦਾ ਜਿਹੜਾ ਬੁੱਤੀਆਂ ਕੱਢਦਾ ਹੁੰਦਾ ਇਨਸਾਨ, ਭਾਵ ਜਿਹਨੂੰ ਉਹਦੀ ਕਰੇ ਹੋਏ ਕੰਮ ਦਾ ਕੋਈ ਮਿਹਨਤਾਨਾ ਨਹੀਂ ਮਿਲਦਾ, ਸਿਰਫ ਲਾਗ ਮਿਲਦਾ। ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ। ਕਿ ਕਦੋਂ ਸੁਣਿਆ ਗਿਆ? ਉਹਦੀ ਕੀ ਖਾਸੀਅਤ ਸੀ? ਉਹਨੇ ਇਹੋ ਜਿਹਾ ਕੀ ਕਰਮ ਕੀਤਾ? ਕਹਿੰਦੇ ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮਹਿ ਗਣਿਆ। ਹਿਰਦੇ ਦੇ ਵਿੱਚ ਪਾਰ ਬ੍ਰਹਮ ਵਸਿਆ ਤੇ ਉਹ ਭਗਤਾਂ ਦੇ ਵਿੱਚ ਗਿਣਿਆ ਗਿਆ। ਤੇ ਇਹਨਾਂ ਸਾਰੇ ਲੋਕਾਂ ਨੂੰ ਦੇਖ ਕੇ ਵੀ ਜਦੋਂ ਇਹ ਭਗਤੀ ਦੇ ਵਿੱਚ ਲੱਗ ਗਏ, ਤਾਂ ਇੱਕ ਆਹ ਬੰਦੇ ਨੂੰ ਵੀ ਅਕਲ ਆਈ ਜੱਟ ਨੂੰ। ਕਹਿੰਦਾ ਵੀ ਮੈਂ ਵੀ ਕਿਉਂ ਨਾ ਕਹਾਂ, ਵੀ ਮੈਂ ਵੀ ਕਿਉਂ ਨਾ, ਜਿਵੇਂ ਜੇ ਇਹ ਪਰਮਾਤਮਾ ਨੂੰ ਪਹੁੰਚ ਗਏ ਤਾਂ ਮੈਂ ਕਿਉਂ ਨਾ ਲੱਗਾ। ਕਹਿੰਦੇ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਇਹਨਾਂ ਨੂੰ ਦੇਖ ਕੇ ਹੁਣ ਜਿਹੜੀ ਕਾਪੀ ਆ, ਕਿਸੇ ਦੀ ਨਕਲ ਕਰਨੀ ਆ, ਕਿਸੇ ਨੂੰ ਦੇਖ ਕੇ ਗੁਰਦੁਆਰਾ ਸਾਹਿਬ ਜਾਣਾ, ਕਿਸੇ ਨੂੰ ਦੇਖ ਕੇ ਨਾਮ ਕਰਨ ਜਪਣਾ, ਕਿਸੇ ਦੇ ਜੀਵਨ ਨੂੰ ਦੇਖ ਕੇ ਸਿੱਖਣਾ। ਤੇ ਜੇ ਕਿਸੇ ਦੀ ਕਾਪੀ ਤੁਸੀਂ ਕਰਦੇ ਹੋ ਤਾਂ ਇੱਕ ਦਿਨ ਉਹ ਕਾਪੀ ਅਸਲ ਦੇ ਵਿੱਚ ਵਾਹਿਗੁਰੂ ਬਦਲ ਦਿੰਦਾ। ਕਿ ਇਹ ਦੇਖੋ, ਇਹ ਜਿਹੜਾ ਧੰਨਾ ਸਾਹਿਬ ਜੀ ਨੇ, ਇਹ ਇਹਨਾਂ ਨੂੰ ਦੇਖ ਕੇ ਲੱਗੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਬਿੱਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਈਆਂ ਧੰਨਾ ਬੜ ਭਾਗਾ। ਕਿ ਮੈਨੂੰ ਪਰਮਾਤਮਾ ਮਿਲੇ ਤੇ ਮੈਂ ਵੀ ਬੜ ਭਾਗਿਆਂ ਦੇ ਵਿੱਚ ਆ ਜਾ। ਸੋ ਅੱਜ ਜੋ ਹੁਕਮਨਾਮਾ ਸਾਹਿਬ ਹੈ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਨੀਚ ਜਾਤ ਤੋਂ, ਜਿਹੜੇ ਨੀਚੀ ਜਾਤ ਵਿੱਚ, ਜਿਨ੍ਹਾਂ ਨੂੰ ਵਰਨ ਵੰਡ ਦੇ ਅਨੁਸਾਰ ਨੀਵੀਂ ਜਾਤ ਵਿੱਚ ਰੱਖਿਆ ਗਿਆ ਸੀਗਾ, ਜਦੋਂ ਉਹਨਾਂ ਨੇ ਨਾਮ ਜਪਿਆ ਤੇ ਉੱਤਮ ਪਦਵੀ ਪਾਈ। ਹੁਣ ਇਹਦਾ ਆਪਾਂ ਦੂਜਾ ਭਾਵ ਲਈਏ, ਜਿਹੜੀ ਸਾਡੀ ਹੁਣ ਮੱਤ ਨੀਵੇਂ ਪਾਸੇ ਨੂੰ ਜਾ ਰਹੀ ਆ, ਜਿਹੜੀ ਹੁਣ ਸਾਡੀ ਮੱਤ ਵਿਸ਼ਿਆਂ ਦੇ ਵਿੱਚ ਗੱਡੀ ਪਈ ਆ, ਚਿੱਕੜ ਦੇ ਵਿੱਚ, ਦਲਦਲ ਦੇ ਵਿੱਚ ਧਸੀ ਪਈ ਆ, ਜੇ ਅਸੀਂ ਗੁਰੂ ਜੀ ਦੀ ਮੱਤ ਲੈ ਕੇ, ਗੁਰੂ ਜੀ ਦੀ ਬਾਣੀ ਦੀ ਸ਼ਕਤੀ ਲੈ ਕੇ ਨਾਮ ਜਪਾਂਗੇ, ਤਾਂ ਇਹ ਮੱਤ ਗਾਰੇ ਦੇ ਵਿੱਚੋਂ, ਚਿੱਕੜ ਦੇ ਵਿੱਚੋਂ ਗੁਰੂ ਸਾਹਿਬ ਨੇ, ਜਿਵੇਂ ਭਾਈ ਲਹਿਣਾ ਜੀ ਨੇ ਕੌਲਾ ਕੱਢਿਆ ਸੀ, ਗੌਲ ਕੱਢਿਆ ਸੀਗਾ ਚਿੱਕੜ ਦੇ ਵਿੱਚੋਂ, ਗੁਰੂ ਜੀ ਸਾਨੂੰ ਕੱਢ ਲਿਆਉਣਗੇ। ਸਾਨੂੰ ਇਹ ਵਿਸ਼ਵਾਸ ਤੇ ਸਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਉੱਤੇ ਅਟੁੱਟ ਹੋਣੀ ਚਾਹੀਦੀ ਹੈ। ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੇ। ਸੁੱਤ ਹੁੰਦਾ ਪੁੱਤਰ, ਦਾਸੀ ਦਾ ਪੁੱਤਰ। ਕਿਸ਼ਨ ਉਤਰਿਆ ਘਰ ਜਿਸ ਜਾਏ। ਬਿਊਟੀਫੁਲ। ਤੇ ਜਦੋਂ ਕ੍ਰਿਸ਼ਨ ਜੀ ਮਤਲਬ ਚਲੇ ਗਏ ਉਹਦੇ ਘਰ, ਬਿਦਰ ਜੀ ਦੇ ਘਰ ਚਲੇ ਗਏ, ਤੇ ਦੁਰਯੋਧਨ ਨੂੰ ਗੁੱਸਾ ਆਇਆ, ਬੜਾ ਗੁੱਸਾ ਆਇਆ ਦੁਰਯੋਧਨ ਨੂੰ। ਤੇ ਉਹ ਦੁਰਯੋਧਨ ਭਗਵਾਨ ਦੇ ਨਾਲ ਇੱਕ ਵਾਰਤਾਲਾਪ ਕਰਦੇ। ਉਸ ਵਾਰਤਾਲਾਪ ਨੂੰ ਭਾਈ ਗੁਰਦਾਸ ਜੀ ਨੇ ਬਹੁਤ ਹੀ ਖੂਬਸੂਰਤ ਬਿਆਨ ਕੀਤਾ। ਉਹ ਕਹਿੰਦੇ ਨੇ ਕਿ ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਰੁੱਖਾ ਹੁੰਦਾ ਗੁੱਸੇ 'ਚ ਆ ਕੇ, ਮਤਲਬ ਜਿਹੜੀ ਬੋਲੀ ਦੇ ਵਿੱਚ ਮਿੱਠੇ ਸ਼ਬਦ ਨਾ ਹੋਣ। ਹੁਣ ਦੇਖੋ, ਜੇ ਆਪਾਂ ਕਹਿੰਦੇ ਆ ਨਾ, ਸਾਡੀ ਜਿਹੜੀ ਅਸੀਂ ਲੋਕ ਆ, ਅਸੀਂ ਜਦੋਂ ਕੋਈ ਇਨਸਾਨ ਹੁੰਦਾ ਉਦੋਂ ਉਹਦੀ ਕਦਰ ਨਹੀਂ ਕਰਦੇ ਹੈਗੇ। ਇਹ ਸਾਡੀ ਬਹੁਤ ਮਾੜੀ ਗੱਲ ਆ। ਜਦੋਂ ਕੋਈ ਇਨਸਾਨ ਸਾਡੇ ਵਿੱਚ ਹੁੰਦਾ ਉਦੋਂ ਅਸੀਂ ਉਹਦੀ ਕਦਰ ਨਹੀਂ ਕਰਦੇ, ਪਰ ਜਦੋਂ ਉਹ ਨਹੀਂ ਹੁੰਦਾ ਉਦੋਂ ਉਹਦੀ ਕਦਰ ਕੀਤੀ ਜਾਂਦੀ ਹੁੰਦੀ ਆ। ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਕਹਿੰਦਾ ਘਰ ਸਾਡੇ ਛੱਡ ਕੇ
ਗੋਲੇ ਦੇ ਘਰ ਜਾਏ ਕੇ ਸੁੱਖਾ। ਤੈਨੂੰ ਕਿਹੜਾ ਸੁੱਖ ਮਿਲ ਗਿਆ ਜਿਹੜਾ ਸਾਡੇ ਘਰ ਵਿੱਚ ਨਹੀਂ ਸੀ ਹੈਗਾ। ਤੂੰ ਉਸ ਗਰੀਬ ਦੇ ਘਰੇ ਗਿਆ, ਤੂੰ ਉਸ ਨੀਚ ਦੇ ਘਰੇ ਗਿਆ ਹੈ ਨਾ। ਅਤੇ ਦੇਖ ਮੇਰੀ ਟੌਰ ਦੇਖ, ਮੇਰੀ ਬਾਦਸ਼ਾਹੀ ਦੇਖ। ਭੀਖਮ ਮੇਰੇ ਨਾਲ ਆ, ਦਰੋਣਾਚਾਰਯ ਜੀ ਮੇਰੇ ਨਾਲ ਨੇ, ਕਰਨ ਮੇਰੇ ਨਾਲ ਆ, ਤਜ ਤੂੰ ਮੇਰੇ ਤਖਤ ਦੇ ਸਭਾ ਸ਼ਿੰਗਾਰ ਵੱਡੇ ਮਨੁੱਖਾ। ਮੇਰੇ ਤਖਤ ਦੇ ਵੱਡੇ ਮਨੁੱਖ ਅਤੇ ਜਿਹੜੇ ਸ਼ਿੰਗਾਰ ਨੇ ਮੇਰੇ ਤਖਤ ਦੇ, ਉਹ ਸਾਰੇ ਛੱਡ ਕੇ ਤੂੰ ਬਿਦਰ ਦੇ ਘਰ ਵਿੱਚ ਜਾ ਕੇ ਢੁੱਕ ਗਿਆ ਹੈ ਨਾ। ਫੇਰ ਕੀ ਕੀਤਾ ਤੂੰ? ਝੁੱਗੀ ਜਾਏ ਬਲਾਇਓਨ। ਬਲਾਇਓਨ ਬੜਾ ਪਿਆਰਾ ਸ਼ਬਦ ਆ। ਬਲਾਇਨ ਹੁੰਦਾ ਕਿਸੇ ਦੇ ਦਿਲ ਵਿੱਚ ਤੁਖ ਹੀ ਲਾ ਦੇਣਾ, ਕਿ ਤੂੰ ਸਾਨੂੰ ਛੱਡ ਕੇ ਤੂੰ ਉਹਦੇ ਘਰੇ ਜਾ ਕੇ ਰਿਹਾ ਅਤੇ ਸਾਡਾ ਤਾਂ ਦਿਲ ਮੱਚ ਰਿਹਾ, ਸਾਡਾ ਤਾਂ ਤੈਂ ਦਿਲ ਫੂਕ ਕੇ ਰੱਖਤਾ। ਰਿਸ਼ਤੇਦਾਰ ਤੂੰ ਸਾਡਾ ਆ ਅਤੇ ਤੂੰ ਜਾ ਕੇ ਬਿਦਰ ਦੇ ਘਰ ਵਿੱਚ ਟਿਕ ਗਿਆ ਹੈ ਨਾ। ਆਪਾਂ ਇੱਕ ਸਕਿੰਟ ਲਈ ਧਿਆਨ ਲੈ ਕੇ ਜਾਈਏ ਉੱਥੇ ਕਿ ਭਗਵਾਨ ਕ੍ਰਿਸ਼ਨ ਜੀ ਅਤੇ ਦੁਰਯੋਧਨ ਕਿੰਨਾ ਤੱਤਾ ਹੋਇਆ ਖੜਾ ਆ ਭਗਵਾਨ ਜੀ ਦੇ ਅੱਗੇ ਹੈ ਨਾ। ਅਤੇ ਭਗਵਾਨ ਨੇ ਸਾਨੂੰ ਕੀ ਸਿਖਾਈ ਆ ਅੱਜ ਗੱਲ, ਕਿ ਇੱਕ ਤਪੇ ਹੋਏ ਭਾਂਡੇ ਨੂੰ ਠੰਡ ਦੇ ਨਾਲ ਹੀ ਠਾਰਿਆ ਜਾ ਸਕਦਾ। ਇੱਕ ਤਪਿਆ ਹੋਇਆ ਜਿਹੜਾ ਭਾਂਡਾ ਉਹਨੂੰ ਠੰਡ ਦੇ ਨਾਲ ਹੀ ਠਾਰਿਆ ਜਾ ਸਕਦਾ। ਅਤੇ ਅੱਗੋਂ ਭਗਵਾਨ ਨੇ ਫਿਰ ਕੀ ਜਵਾਬ ਦਿੱਤਾ? ਕਹਿੰਦਾ ਝੁੱਗੀ ਜਾਏ ਬਲਾਇਨ ਸਭਨਾ ਦੇ ਜੀ ਅੰਦਰ ਤੁੱਖਾ। ਤੂੰ ਦੁੱਖ ਦਾ ਆ ਭਗਵਾਨ, ਤੈਂ ਬਹੁਤ ਸਾਨੂੰ ਦੁੱਖ ਦਿੱਤਾ, ਤੂੰ ਸਾਡੇ ਹਿਰਦੇ ਫੂਕ ਕੇ ਰੱਖ ਦਿੱਤੇ। ਅਤੇ ਫਿਰ ਭਗਵਾਨ ਜੀ ਨੇ, ਕ੍ਰਿਸ਼ਨ ਜੀ ਮਹਾਰਾਜ ਜੀ ਨੇ ਕੀ ਜਵਾਬ ਦਿੱਤਾ? ਉਹ ਕਹਿੰਦੇ ਹੱਸ ਬੋਲੇ ਭਗਵਾਨ ਜੀ, ਹੱਸ ਕੇ ਠੰਡੇ ਠਾਰ ਬੋਲੇ, ਸੁਣਿਓ ਰਾਜਾ ਹੋਏ ਸਨਮੁੱਖਾ। ਧਿਆਨ ਨਾਲ ਸੁਣ ਗੱਲ, ਅੱਖ 'ਚ ਅੱਖ ਪਾ ਕੇ ਗੱਲ ਕਰ ਹੁਣ ਤੂੰ ਮੇਰੀ। ਮੈਂ ਤੈਨੂੰ ਦੱਸਦਾ ਵੀ ਮੈਂ ਤੇਰੇ ਕਿਉਂ ਨਹੀਂ ਆਇਆ ਹੈਗਾ। ਕਹਿੰਦਾ ਤੇਰੇ, ਭਗਵਾਨ ਜੀ ਕਹਿੰਦੇ ਤੇਰੇ ਭਾਉ ਨਾ ਦਿਸਈ, ਤੇਰੇ ਹਿਰਦੇ ਵਿੱਚ ਭਾਉ ਨਹੀਂ ਹੈਗਾ। ਅੱਜ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਪਾਠ ਬਹੁਤ ਕਰਦੇ ਹਾਂ, ਅਸੀਂ ਕਹਿੰਦੇ ਅਸੀਂ ਬਾਣੀ ਬਹੁਤ ਪੜ੍ਹਦੇ ਹਾਂ, ਅਸੀਂ ਬਹੁਤ ਪਾਠ ਕਰਦੇ ਹਾਂ, ਬਹੁਤ ਬਾਣੀ ਸੁਣਦੇ ਹਾਂ, ਪਰ ਜੀਵਨ ਕਿਉਂ ਨਹੀਂ ਬਦਲਦਾ ਹੈਗਾ? ਸਾਡਾ ਜੀਵਨ ਕਿਉਂ ਨਹੀਂ ਸੁਧਰਦਾ ਹੈਗਾ? ਸਾਡੇ ਜੀਵਨ 'ਚ ਕੋਈ ਜੀਵਨ ਕਿਉਂ ਨਹੀਂ ਆਉਂਦਾ? ਸਾਡੇ ਜੀਵਨ ਵਿੱਚ ਕੋਈ ਹਰਿਆਲੀ ਕਿਉਂ ਨਹੀਂ ਆਉਂਦੀ? ਸਾਡੇ ਬੋਲਾਂ ਦੇ ਵਿੱਚ ਤਾਕਤ ਕਿਉਂ ਨਹੀਂ ਆਉਂਦੀ? ਸਾਡੀ ਸੋਚ ਦੇ ਵਿੱਚ ਸਮਰੱਥਾ ਕਿਉਂ ਨਹੀਂ ਆਉਂਦੀ? ਅਤੇ ਭਗਵਾਨ ਕ੍ਰਿਸ਼ਨ ਜੀ ਨੇ ਸਾਨੂੰ ਜਵਾਬ ਦਿੱਤਾ, ਕਹਿੰਦੇ ਤੇਰੇ ਭਾਉ ਨਾ ਦਿਸਈ। ਤੂੰ ਕਰਦਾ ਤਾਂ ਹੈਗਾ ਪਰ ਫੇਕ ਜਾ ਕਰਦਾ, ਉੱਪਰੋਂ ਕਰਦਾ। ਮੇਰੇ ਨਾਹੀਂ ਆਪਦਾ ਦੁੱਖਾ। ਦੁਰਯੋਧਨ ਤੇਰੇ ਦਿਲ ਵਿੱਚ ਪਿਆਰ ਨਹੀਂ ਹੈਗਾ, ਤੇਰੇ ਦਿਲ ਵਿੱਚ ਸ਼ਰਧਾ ਨਹੀਂ ਹੈਗੀ। ਹੁਣ ਆਪਾਂ ਆਪਦੇ ਆਪ ਨੂੰ ਦੁਰਯੋਧਨ ਸਮਝੀਏ, ਸਾਡੇ ਦਿਲ ਵਿੱਚ ਕਿੰਨੀ ਕੁ ਸ਼ਰਧਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕਿੰਨਾ ਕੁ ਸਤਿਕਾਰ ਕਰਦੇ ਹਾਂ? ਜੇ ਸਤਿਕਾਰ ਕਰਦੇ ਹਾਂ, ਕਿੰਨਾ ਕਰਦੇ ਹਾਂ? ਉੱਪਰੋਂ ਕਰਦੇ ਹਾਂ ਅਤੇ ਦਿਖਾਵੇ ਲਈ ਕਰਦੇ ਹਾਂ, ਜਿਹੜਾ ਕਿ ਕ੍ਰਿਸ਼ਨ ਜੀ ਦੇ ਨਾਲ ਦੁਰਯੋਧਨ ਕਰ ਰਿਹਾ। ਦੁਰਯੋਧਨ ਕਹਿ ਰਿਹਾ ਤੂੰ ਸਾਡੇ ਆ ਕੇ ਰਹਿ, ਪਰ ਉਹਦੇ ਨਾਲ ਰਹੀ ਹੈ ਨਾ। ਪਰ ਨਹੀਂ, ਮਹਾਰਾਜ ਕਹਿੰਦੇ, ਭਗਵਾਨ ਜੀ ਕਹਿੰਦੇ, ਪ੍ਰਭੂ ਜੀ ਕਹਿੰਦੇ ਕਿ ਤੇਰੇ ਭਾਉ ਨਾ ਦਿਸਈ, ਮੇਰੇ ਨਾਹੀਂ ਆਪਦਾ ਦੁੱਖਾ। ਮੈਂ ਇਹ ਗੱਲ ਦੇ ਦੁੱਖ ਵਿੱਚ ਨਹੀਂ ਆਉਂਦਾ ਕਿ ਮੈਂ ਉਹਦੇ ਘਰ ਵਿੱਚ ਰਿਹਾ। ਅਤੇ ਕਿਉਂਕਿ ਭਾਉ ਜਵੇਹਾ ਬਿਦਰ ਦੇ, ਜਿਹਾ ਜਿਹਾ ਹਿਰਦੇ ਵਿੱਚ ਬਿਦਰ ਦੇ ਭਾਉ ਸੀ, ਪ੍ਰੇਮ ਸੀ, ਸ਼ਰਧਾ ਸੀ, ਆਪਣੱਤ ਸੀ ਅਤੇ ਸੇਵਾ ਸੀ। ਹੋਰੀ ਦੇ ਚਿੱਤ ਚਾਓ ਨਾ ਚੁੱਖਾ। ਤੇਰੇ ਹਿਰਦੇ ਵਿੱਚ ਰੰਚਕ ਵੀ ਨਹੀਂ ਹੈਗਾ ਦੁਰਯੋਧਨ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕਹਿੰਦੇ ਆ ਤੂੰ ਸਿਰ ਝੁਕਾ ਲੈਣਾ ਆ ਕੇ, ਮੱਥਾ ਟੇਕ ਦੇਣਾ ਆ ਕੇ, ਪਰ ਤੂੰ ਸ਼ਿਕਾਰੀ ਦੀ ਵਿਰਤੀ ਨਾਲ ਮੱਥਾ ਟੇਕਦਾ। ਕਿਉਂਕਿ ਸੀਸ ਨਵਾਈਏ ਕਿਆ ਥੀਏ ਜਾਂ ਹਿਰਦੇ ਕਸੁੱਦੇ ਜਾਏ। ਅਪਰਾਧੀ ਤੂੰ ਮੇਰੇ ਮੂਹਰੇ ਅਪਰਾਧੀ ਹੋ ਕੇ ਮੱਥਾ ਟੇਕਦਾ, ਕਿਉਂਕਿ ਤੂੰ ਕੁਛ ਮੈਥੋਂ ਲੈਣਾ ਆ। ਇਹ ਕੰਮ ਨਾ ਕਰਿਆ ਕਰ, ਅੰਦਰੋਂ ਬਾਹਰੋਂ ਇੱਕ ਹੋ ਕੇ ਮੇਰੇ ਕੋਲ ਆਇਆ ਕਰ। ਮੈਂ ਤੇਰੇ ਭਾਂਡੇ ਨੂੰ ਭਰ ਕੇ ਤੋਰਾਂ, ਮੈਂ ਤੇਰੇ ਅੰਦਰ ਗਹਿਰ ਗੰਭੀਰਤਾ ਭਰ ਕੇ ਤੋਰਾਂ। ਤੂੰ ਪਰ ਅਪਰਾਧੀ ਬਣ ਕੇ ਆਉਣਾ ਭਾਈ, ਅਪਰਾਧੀ ਬਣ ਕੇ ਨਾ ਮੇਰੇ ਕੋਲ ਆਇਆ ਕਰ। ਮੱਥਾ ਟੇਕਦਾ ਤੂੰ ਨਾ ਮੇਰੇ ਅੱਗੇ। ਕਹਿੰਦੇ ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਰਗਾਹੇ। ਸੀਸ ਨਵਾਈਏ ਕਿਆ ਥੀਏ ਜਾਂ ਹਿਰਦੇ ਕਸੁੱਦੇ ਜਾਏ। ਜੇ ਤੂੰ ਮੇਰੀ ਗੱਲ ਹੀ ਨਹੀਂ ਮੰਨਣੀ ਹੈਗੀ, ਫਿਰ ਮੈਨੂੰ ਤੇਰੇ ਮੱਥੇ ਦੀ ਵੀ ਲੋੜ ਨਹੀਂ ਹੈਗੀ। ਭਗਵਾਨ ਕ੍ਰਿਸ਼ਨ ਉਹੀ ਗੱਲ ਕਹਿ ਰਹੇ ਆ, ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਓ ਨਾ ਚੁੱਖਾ ਗੋਬਿੰਦ।
ਭਾਉ ਭਗਤ ਦਾ ਭੁੱਖਾ। ਮੈਨੂੰ ਤੇਰੀ ਧਨ ਦੌਲਤ ਨਹੀਂ ਚਾਹੀਦੀ, ਉਹ ਤਾਂ ਮੇਰੀ ਉਹ ਦਿੱਤੀ ਹੋਈ ਆ। ਮੈਨੂੰ ਤੇਰਾ ਪ੍ਰੇਮ ਚਾਹੀਦਾ ਸੀ, ਮੈਨੂੰ ਤੇਰਾ ਭਾਉ ਚਾਹੀਦਾ ਸੀ। ਪੁੱਛੋ ਬਿਦਰ ਦਾਸੀ ਸੁਤੇ, ਕਿਸਨ ਉਤਰਿਆ ਘਰ ਜਿਸ ਜਾਏ। ਜਿਹਦੇ ਘਰ ਵਿੱਚ ਕ੍ਰਿਸ਼ਨ ਭਗਵਾਨ ਜੀ ਜਾ ਕੇ ਡੇਰਾ ਲਾਇਆ, ਉਤਰੇ। ਅਤੇ ਇਹ ਬੰਦੇ ਦਾ ਬਹੁਤ ਵਾਰੀ ਹੰਕਾਰ ਹੁੰਦਾ ਕਿ ਮੈਂ ਵੱਡਾ, ਮੈਂ ਬਹੁਤ ਵੱਡਾ। ਅਤੇ ਸਾਨੂੰ ਪ੍ਰਭੂ ਦੇ ਅੱਗੇ ਇਹ ਵੱਡਾਪਣ ਛੱਡ ਦੇਣਾ ਚਾਹੀਦਾ। ਵੱਡੇ ਹੋਵਾਂਗੇ ਅਸੀਂ ਆਪਣੇ ਘਰ ਹੋਵਾਂਗੇ, ਪਰ ਸਾਨੂੰ ਪਰਮਾਤਮਾ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਗੇ ਆਪਣੇ ਆਪ ਨੂੰ ਨਿਭਾ ਲੈਣਾ ਚਾਹੀਦਾ। ਸਾਡਾ ਭਲਾ ਇਸੇ ਗੱਲ ਵਿੱਚ ਹੋਣਾ। ਅਤੇ ਮਹਾਰਾਜ ਕਹਿੰਦੇ ਨੇ ਕਿ ਹਰ ਕੀ ਅਕਥ ਕਥਾ ਸੁਨੋ ਜਨ ਪਾਈ। ਅਕਥ ਕਥਾ, ਅਕਥ ਦਾ ਮਤਲਬ ਨਾ ਬਿਆਨੀ ਜਾਣ ਵਾਲੀ ਕਥਾ, ਜਿਹੜੀ ਕਥਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਕਥਨ ਕੀਤਾ ਹੋਵੇ, ਜਿਹੜੀ ਕਥਾ ਦੇ ਬਾਰੇ ਪੂਰਾ ਨਾ ਖੋਲ੍ਹਿਆ ਜਾ ਸਕਦਾ ਹੋਵੇ ਪਰ ਫਿਰ ਵੀ ਬੋਲਿਆ ਗਿਆ ਹੋਵੇ। ਕਿਉਂਕਿ ਭਗਵਾਨ ਕ੍ਰਿਸ਼ਨ ਜੀ ਨੇ ਫਿਰ ਉਹਨੂੰ ਜਵਾਬ ਦਿੱਤਾ ਦੁਰਯੋਧਨ ਨੂੰ ਕਿ ਰਾਜਨ ਕੌਣ ਤੁਮਾਰੇ ਆਵੇ, ਤੇਰੇ ਕੀ ਆ ਕੇ ਕਰਾਂਗੇ। ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ। ਹਸਤੀ ਦੇਖ ਭਰਮ ਤੇ ਭੁੱਲਾ। ਮੈਂ ਤਾਂ ਤੇਰੇ ਅੰਦਰ ਦੀ ਜਾਣਦਾ, ਤੂੰ ਕੀ ਸੋਚਦਾ ਆ। ਤੂੰ ਆਪਦੇ ਹਾਥੀਆਂ ਨੂੰ ਦੇਖ ਕੇ, ਆਪਦੀ ਦੌਲਤ ਨੂੰ ਦੇਖ ਕੇ ਭਰਮ ਤੇ ਭੁੱਲ ਗਿਆ। ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਣੀ। ਆਹ ਫਰਕ ਆ ਤੇਰੇ ਤੇ ਉਹਦੇ ਵਿੱਚ, ਤਾਂ ਮੈਂ ਉਹਦੇ ਗਿਆ। ਤੁਮਰੋ ਦੂਧ ਬਿਦਰ ਕੋ ਪਾਣੀ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਕਬੀਰ ਕੋ ਠਾਕਰ ਆਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਨੀ। ਹੁਣ ਇੱਥੇ ਜਾਤ ਦੀ ਗੱਲ ਨਹੀਂ ਹੈਗੀ, ਇੱਥੇ ਪ੍ਰੇਮ ਦੀ ਗੱਲ ਆ, ਪਿਆਰ ਦੀ ਗੱਲ ਆ, ਸ਼ਰਧਾ ਦੀ ਗੱਲ ਆ। ਸਾਡੀ ਅੱਜ ਜੇ ਕਮੀ ਆ ਸਾਡੇ ਵਿੱਚ, ਉਹ ਸਾਡੇ ਵਿੱਚ ਕਮੀ ਸ਼ਰਧਾ ਦੀ ਆ, ਸਾਡੇ ਵਿੱਚ ਕਮੀ ਸਤਿਕਾਰ ਦੀ ਆ, ਸਾਡੇ ਵਿੱਚ ਕਮੀ ਪ੍ਰੇਮ ਦੀ ਆ। ਗੁਰੂ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ ਕਿ ਸਾਡੇ ਹਿਰਦੇ ਵਿੱਚ ਪ੍ਰੇਮ ਵਸੇ, ਸ਼ਰਧਾ ਵਸੇ ਅਤੇ ਗੁਰਬਾਣੀ ਦਾ ਸਤਿਕਾਰ ਵਸੇ। ਜਿੰਨਾ ਚਿਰ ਤੱਕ ਅਸੀਂ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ, ਜਿੰਨਾ ਚਿਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪ੍ਰਕਾਸ਼ ਨਹੀਂ ਸਮਝਦੇ, ਜਿੰਨਾ ਚਿਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਰੱਬੀ ਨੂਰ ਨਹੀਂ ਸਮਝਦੇ, ਅਤੇ ਉਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬੋਲ ਸਮਝ ਕੇ ਆਪਦੀ ਲਾਈਫ ਵਿੱਚ ਨਹੀਂ ਮੰਨਦੇ, ਸਾਡਾ ਭਲਾ ਨਹੀਂ ਹੋਣਾ ਹੈਗਾ। ਇਹ ਗੱਲ ਪੱਕੀ ਆ। ਕਿਉਂਕਿ ਹੰਕਾਰ ਸਾਨੂੰ ਚਮੜੇ ਨਾਲ ਜੋੜਦਾ, ਹੰਕਾਰ ਆ ਜਿਹੜਾ ਸਾਨੂੰ ਨਸਲ ਨਾਲ ਜੋੜਦਾ, ਹੰਕਾਰ ਆ ਜਿਹੜਾ ਸਾਨੂੰ ਉਹ ਭੇਦ ਭਾਵ ਨਾਲ ਜੋੜਦਾ। ਅਤੇ ਰਵਿਦਾਸ ਜੀ ਕਹਿੰਦੇ ਨੇ ਕਿ ਰਵਿਦਾਸ ਚਮਾਰ ਉਸਤਤ ਕਰੇ। ਅਤੇ ਚਮਾਰ ਕਿਸੇ ਦੇ ਰੂਹ ਨੂੰ ਦੇਖਣਾ, ਕਿਸੇ ਦੇ ਮਨ ਨੂੰ ਦੇਖਣਾ ਹੀ ਮਨੁੱਖਤਾ, ਕਿਸੇ ਦੇ ਸਰੀਰ ਨੂੰ ਦੇਖਣਾ, ਕਿਸੇ ਦੇ ਚਮੜੇ ਨੂੰ ਦੇਖਣਾ ਚਮਾਰਪਣਾ ਹੁੰਦਾ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਈ। ਉਸਨੇ ਇੱਕ ਨਿਮਖ ਕੀਰਤ ਗਾਈ ਕਿਉਂਕਿ ਪਰਮਾਤਮਾ ਉਹਦੇ ਹਿਰਦੇ ਵਿੱਚ ਸੀਗਾ। ਪਤਤ ਜਾਤ ਉੱਤਮ ਭਇਆ। ਪਤਤ ਜਾਤ, ਜਿਹੜੇ ਪੰਡਤਾਂ ਨੇ ਉਹਨੂੰ ਪਤਤ ਕਿਹਾ ਹੋਇਆ ਸੀ, ਉਹ ਨਾਮ ਜਪਦਿਆਂ ਉੱਤਮ ਭਇਆ। ਚਾਰ ਬਰਨ ਪਏ ਪੱਗ ਆਏ ਉਹਦੇ ਪੈਰਾਂ ਦੇ ਵਿੱਚ। ਰਵਿਦਾਸ ਜੀ ਜਿਹਨੂੰ ਮਤਲਬ ਨੀਚ ਜਾਤ ਵਿੱਚ ਰੱਖਿਆ ਹੋਇਆ ਸੀ। ਚਾਰ ਬਰਨ, ਚਾਰੇ ਬਰਨ, ਖੱਤਰੀ ਵੈਦ, ਖੱਤਰੀ ਬ੍ਰਾਹਮਣ ਸ਼ੂਦ ਵੈਸ, ਚਾਰੇ ਬਰਨ ਪਏ ਪੱਗ ਆਏ। ਪੈਰਾਂ ਦੇ ਵਿੱਚ ਆ ਕੇ, ਪੱਗਾਂ ਦੇ ਵਿੱਚ ਆ ਕੇ ਉਹਨਾਂ ਦੇ ਪਏ। ਸੋ ਅੱਜ ਦਾ ਜੋ ਹੁਕਮਨਾਮਾ ਸਾਹਿਬ ਆ, ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਪ੍ਰੇਮ ਵਸੇ, ਭਾਵ ਵਸੇ, ਸ਼ਰਧਾ ਵਸੇ, ਵਿਸ਼ਵਾਸ ਵਸੇ ਅਤੇ ਅਸੀਂ ਕਿਸੇ ਨੂੰ ਨਸਲ ਦੇ ਨਾਲ, ਉਸਦੀ ਜਾਤ ਦੇ ਨਾਲ ਜਾਂ ਉਸਦੇ ਰੰਗ ਭੇਦ ਭਾਵ ਨਾਲ ਨਾ ਜੁੜੀਏ, ਬਲਕਿ ਉਹਦੇ ਅੰਦਰ ਵਸਦੀ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਸ ਚਾਨਣ ਦੇ ਨਾਲ ਜੁੜੀਏ, ਉਸ ਜੋਤ ਦੇ ਨਾਲ ਜੁੜੀਏ। ਜਿਵੇਂ ਜਿਵੇਂ ਅਸੀਂ ਜੋਤ ਦੇ ਨਾਲ ਜੁੜਦੇ ਜਾਵਾਂਗੇ, ਇਹ ਦੁਨੀਆ ਖੂਬਸੂਰਤ, ਬਿਊਟੀਫੁਲ ਅਤੇ ਬਲਿਸਫੁਲ ਬਣਦੀ ਜਾਏਗੀ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तेरी बातें
ਸਫਰ ਨ